ਹੈਲੋ ਸਟੂਡੈਂਟਸ, ਅਸੀਂ ਅੱਜ ਆਪਣੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਜਿਹੜਾ ਸਾਡਾ ਸਬਜੈਕਟ ਹੈਗਾ ਇੰਟਰਨੈਸ਼ਨਲ ਪੋਲੀਟਿਕਸ, ਉਹਦੇ ਵਿੱਚ ਅਸੀਂ ਪੜ੍ਹਾਂਗੇ ਅੱਜ ਵਿਗਿਆਨਿਕ ਦ੍ਰਿਸ਼ਟੀਕੋਣ, ਪ੍ਰਣਾਲੀ ਦ੍ਰਿਸ਼ਟੀਕੋਣ ਅਤੇ ਨਿਰਣੇ ਲੈਣ ਦੇ ਦ੍ਰਿਸ਼ਟੀਕੋਣ, ਯਾਨੀ ਕਿ ਸਾਇੰਟੀਫਿਕ ਅਪਰੋਚਸ, ਸਿਸਟਮ ਅਪਰੋਚਸ ਐਂਡ ਡਿਸੀਜ਼ਨ ਮੇਕਿੰਗ ਅਪਰੋਚਸ ਦੇ ਬਾਰੇ ਵਿੱਚ ਪੜ੍ਹਾਂਗੇ। ਸਾਨੂੰ ਕੁਐਸਚਨ ਆਉਂਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਅਧਿਐਨ ਦੇ ਪ੍ਰਣਾਲੀ ਦ੍ਰਿਸ਼ਟੀਕੋਣ ਦਾ ਮਾਰਟਨ ਕਾਪਲਾਨ ਦੁਆਰਾ ਦਿੱਤੇ ਗਏ 6 ਮਾਡਲਾਂ ਦਾ ਵਰਣਨ ਕਰੋ, ਜਾਂ ਫਿਰ ਅੰਤਰਰਾਸ਼ਟਰੀ ਰਾਜਨੀਤੀ ਦੇ ਵਿਵਸਥਾਵਾਦੀ ਦ੍ਰਿਸ਼ਟੀਕੋਣ ਦਾ ਵਰਣਨ ਕਰੋ, ਜਾਂ ਫਿਰ ਮਾਰਟਨ ਕਾਪਲਾਨ ਦੇ ਦ੍ਰਿਸ਼ਟੀਕੋਣ ਪ੍ਰਣਾਲੀ ਦ੍ਰਿਸ਼ਟੀਕੋਣ ਦਾ ਆਲੋਚਨਾਤਮਕ ਅਧਿਐਨ ਕਰੋ। ਇਹਦੇ ਵਿੱਚ ਅਸੀਂ ਪੜ੍ਹਾਂਗੇ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਅਧਿਐਨ ਦੇ ਲਈ ਪ੍ਰਣਾਲੀ ਦ੍ਰਿਸ਼ਟੀਕੋਣ ਨੂੰ ਇੱਕ ਵਿਕਾਸਾਤਮਕ ਰੂਪ ਦੇ ਵਿੱਚ ਵਰਣਨ ਕੀਤਾ ਜਾ ਸਕਦਾ ਹੈ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਇੱਕ ਪ੍ਰਣਾਲੀ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਦਾ ਸਿੱਟਾ ਹੁੰਦੀਆਂ ਨੇ। ਕਿ ਇਹਦੇ ਜਿਹੜੇ ਵੱਖ-ਵੱਖ ਅੰਗ ਨੇ ਉਹਨਾਂ ਦੇ ਵਿੱਚ ਆਪਸੀ ਸੰਬੰਧ ਹੁੰਦੇ ਨੇ, ਉਹਦਾ ਸਿੱਟਾ ਹੁੰਦੀਆਂ ਨੇ। ਤਾਂ ਇਹ ਦ੍ਰਿਸ਼ਟੀਕੋਣ ਰਾਸ਼ਟਰ ਦੇ ਆਪਸੀ ਵਿਵਹਾਰ 'ਤੇ ਜ਼ੋਰ ਦਿੰਦਾ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਅੰਤਰਰਾਸ਼ਟਰੀ ਰਾਜਨੀਤੀ ਦਾ ਪ੍ਰਣਾਲੀ ਦ੍ਰਿਸ਼ਟੀਕੋਣ ਦੇ ਆਧਾਰ 'ਤੇ ਅਧਿਐਨ ਕੀਤਾ ਜਾਣ ਲੱਗਿਆ ਗਾ। ਤਾਂ ਇਸ ਜਿਹੜਾ ਇਹ ਸਿਧਾਂਤ ਹੈ, ਸਭ ਤੋਂ ਪਹਿਲਾਂ 1955 ਦੇ ਵਿੱਚ ਚਾਰਲਸ ਮੈਕਲੀਲੈਂਡ ਨੇ ਦਿੱਤਾ ਸੀਗਾ, ਪਰ ਇਸ ਦਾ ਅਧਿਐਨ ਮਾਰਟਨ ਕਾਪਲਾਨ ਨੇ ਕੀਤਾ। ਤਾਂ ਉਹਨਾਂ ਦੇ ਅਨੁਸਾਰ ਰਾਜਾਂ ਵਿੱਚ ਅਨੇਕਾਂ ਤਰ੍ਹਾਂ ਦੀਆਂ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਹੁੰਦੀਆਂ ਰਹਿੰਦੀਆਂ ਨੇ, ਜਿਹਦਾ ਅਸਰ ਅੰਤਰਰਾਸ਼ਟਰੀ ਰਾਜਨੀਤੀ 'ਤੇ ਪੈਂਦਾ, ਤਾਂ ਇਹਦਾ ਸਰੂਪ ਬਦਲਦਾ ਰਹਿੰਦਾ, ਜਿਸ ਕਾਰਨ ਅੰਤਰਰਾਸ਼ਟਰੀ ਪ੍ਰਣਾਲੀ ਵੀ ਬਦਲਦੀ ਰਹਿੰਦੀ ਹੈ। ਤਾਂ ਕਾਪਲਾਨ ਦੇ ਪ੍ਰਣਾਲੀ ਦ੍ਰਿਸ਼ਟੀਕੋਣ ਦੇ ਇਸ ਵਿਵਹਾਰ ਦਾ ਜਿਹੜਾ ਕਾਪਲਾਨ ਨੇ ਇਹ ਪ੍ਰਣਾਲੀ ਦ੍ਰਿਸ਼ਟੀਕੋਣ ਦਿੱਤਾ ਗਾ, ਉਸੇ ਵਿਵਹਾਰ ਦਾ ਹੀ ਅਧਿਐਨ ਕੀਤਾ ਜਾਂਦਾ ਹੈ। ਤਾਂ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅੰਤਰਰਾਸ਼ਟਰੀ ਰਾਜਨੀਤੀ ਦਾ ਵਿਸ਼ਲੇਸ਼ਣ ਕਰਨ ਦੇ ਲਈ ਪ੍ਰਣਾਲੀ ਦੀ ਧਾਰਨਾ ਦਾ ਪ੍ਰਯੋਗ ਕੀਤਾ ਜਾਂਦਾ, ਤਾਂ ਉਹਨੂੰ ਅਸੀਂ ਅੰਤਰਰਾਸ਼ਟਰੀ ਪ੍ਰਣਾਲੀ ਕਹਿੰਦੇ ਹਾਂ, ਕਿ ਉਹਨੂੰ ਅੰਤਰਰਾਸ਼ਟਰੀ ਪ੍ਰਣਾਲੀ ਕਿਹਾ ਜਾਂਦਾ। ਤਾਂ ਮਾਰਟਨ ਕਾਪਲਾਨ ਨੇ ਅੰਤਰਰਾਸ਼ਟਰੀ ਪ੍ਰਣਾਲੀ ਦੇ 6 ਮਾਡਲ ਦਿੱਤੇ ਆ, ਠੀਕ ਹੈ ਜੀ, 6 ਮਾਡਲ ਦਿੱਤੇ ਇਹਨੇ ਇੰਟਰਨੈਸ਼ਨਲ ਸਿਸਟਮ ਦੇ। ਤਾਂ ਮਾਰਟਨ ਕਾਪਲਾਨ ਪ੍ਰਣਾਲੀ ਦ੍ਰਿਸ਼ਟੀਕੋਣ ਦੇ ਮੁੱਖ ਵਿਆਖਿਆਕਾਰ ਮੰਨੇ ਜਾਂਦੇ ਆ। ਉਹਨਾਂ ਦੇ ਅਨੁਸਾਰ ਰਾਜਾਂ ਦੇ ਵਿੱਚ ਹੋਣ ਵਾਲੀਆਂ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਦੇ ਕਾਰਨ ਅੰਤਰਰਾਸ਼ਟਰੀ ਜਿਹੜੀ ਰਾਜਨੀਤੀ ਆ ਉਹਦੇ ਸਰੂਪ ਦੇ ਵਿੱਚ ਬਦਲਾਵ ਆਉਂਦਾ ਰਹਿੰਦਾ, ਚੇਂਜ ਆਉਂਦਾ ਰਹਿੰਦਾ, ਠੀਕ ਹੈ ਜੀ, ਕਿ ਉਹਦਾ ਸਰੂਪ ਜਿਹੜਾ ਹੈ ਉਹ ਬਦਲਦਾ ਰਹਿੰਦਾ ਹੈ, ਜਿਸ ਕਾਰਨ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਉਹਨਾਂ ਦੇ ਅਨੁਸਾਰ ਅੰਤਰਰਾਸ਼ਟਰੀ ਪ੍ਰਣਾਲੀ ਉਹਨਾਂ ਅੰਤਰ ਕਿਰਿਆਵਾਂ ਤੋਂ ਬਣਦੀ ਹੈ ਜਿਹੜੀਆਂ ਨਾ ਤਾਂ ਪੂਰੀ ਸਹਿਯੋਗੀ ਹੁੰਦੀਆਂ ਹੈ, ਨਾ ਹੀ ਉਹਨਾਂ ਦਾ ਪੂਰੀ ਤਰ੍ਹਾਂ ਵਿਰੋਧਾਤਮਕ ਹੁੰਦੀਆਂ ਨੇ, ਠੀਕ ਹੈ। ਤਾਂ ਇਹਨਾਂ ਦਾ ਆਪਣਾ ਅੰਤਰਰਾਸ਼ਟਰੀ ਕਾਰਜਕਰਤਾਵਾਂ ਦਾ ਸਮੂਹ ਹੁੰਦਾ ਹੈ। ਜਿਸ ਤਰ੍ਹਾਂ ਕਾਪਲਾਨ ਨੇ ਆਪਣਾ ਪੂਰਾ ਮਾਡਲ ਤਿਆਰ ਕੀਤਾ, ਜਿਸ ਦੇ ਵਿੱਚ ਉਸਨੇ 6 ਵੱਖ-ਵੱਖ ਪ੍ਰਣਾਲੀਆਂ ਦਾ ਵਰਣਨ ਕੀਤਾ ਹੈ। ਉਹ ਪ੍ਰਣਾਲੀਆਂ ਕਿਹੜੀਆਂ ਨੇ? ਸਭ ਤੋਂ ਪਹਿਲਾਂ ਹੈਗੀ ਹੈ ਜੀ ਸ਼ਕਤੀ ਸੰਤੁਲਨ ਪ੍ਰਣਾਲੀ, ਠੀਕ ਹੈ, ਦ ਬੈਲੈਂਸ ਆਫ ਪਾਵਰ ਸਿਸਟਮ। ਉਸ ਤੋਂ ਬਾਅਦ ਹੈ ਜੀ ਢਿੱਲੀ ਦੋ ਧਰੂਵੀ ਪ੍ਰਣਾਲੀ, ਦ ਲੂਜ਼ ਬਾਈਪੋਲਰ ਸਿਸਟਮ। ਥਰਡ ਹੈਗਾ ਕਠੋਰ ਦੋ ਧਰੂਵੀ ਪ੍ਰਣਾਲੀ, ਰਿਜਿਡ ਬਾਈਪੋਲਰ ਸਿਸਟਮ। ਉਸ ਤੋਂ ਬਾਅਦ ਹੈ ਜੀ ਚੌਥਾ ਵਿਸ਼ਵ ਵਿਆਪੀ ਪ੍ਰਣਾਲੀ, ਦ ਯੂਨੀਵਰਸਲ ਸਿਸਟਮ। ਪੰਜਵੀਂ ਹੈ ਸ਼੍ਰੇਣੀਬੱਧ ਪ੍ਰਣਾਲੀ, ਠੀਕ ਹੈ ਜੀ, ਦ ਹਾਇਰਾਰਕੀਕਲ ਸਿਸਟਮ। ਉਸ ਤੋਂ ਬਾਅਦ ਹੈ ਇੱਕ ਵੀਟੋ ਪ੍ਰਣਾਲੀ, ਦ ਯੂਨਿਟ ਵੀਟੋ ਸਿਸਟਮ, ਠੀਕ ਹੈ ਜੀ। ਉਹਦੇ ਵਿੱਚ ਉਹਨੇ 6 ਪ੍ਰਣਾਲੀਆਂ ਦਾ ਵਰਣਨ ਕੀਤਾ ਗਾ। ਤਾਂ ਪਹਿਲੀ ਸੀਗੀ ਜਿਹੜੀ ਉਹਦੀ ਸ਼ਕਤੀ ਸੰਤੁਲਨ ਪ੍ਰਣਾਲੀ, ਦਾ ਬੈਲੈਂਸ ਆਫ ਪਾਵਰ ਸਿਸਟਮ। ਤਾਂ ਇਹ ਪ੍ਰਣਾਲੀ ਹੈ ਜਿਹੜੀ ਪੁਰਾਣੀ ਅਤੇ ਸ਼ਕਤੀ ਜਿਹੜਾ ਪਰੰਪਰਾਗਤ ਸਿਧਾਂਤ ਹੈ, ਸ਼ਕਤੀ ਦਾ ਪਰੰਪਰਾਗਤ ਸਿਧਾਂਤ, ਅਤੇ 18ਵੀਂ ਅਤੇ 19ਵੀਂ ਸਦੀ ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀਗਾ। ਇਸ ਦੇ ਵਿੱਚ 5 ਜਾਂ 7 ਵੱਡੀਆਂ ਤਾਕਤਾਂ ਦੇ ਵਿਚਕਾਰ ਸ਼ਕਤੀ ਸੰਬੰਧਾਂ ਦੇ ਵਿੱਚ ਇੱਕ ਸੰਤੁਲਨ ਕਾਇਮ ਰੱਖਿਆ ਜਾਂਦਾ ਸੀਗਾ। ਤਾਂ ਇਸ ਦੀਆਂ ਵਿਸ਼ੇਸ਼ਤਾਵਾਂ ਵਿਸ਼ੇਸ਼ ਮਹੱਤਵ ਰੱਖਦੀਆਂ ਨੇ। ਪਹਿਲਾਂ ਕਿ ਹਰੇਕ ਦੇਸ਼ ਸਮਝੌਤੇ ਜਾਂ ਕੂਟਨੀਤੀ ਸੰਬੰਧਾਂ ਰਾਹੀਂ ਆਪਣੀ ਸਮਰੱਥਾ ਦੇ ਵਿੱਚ ਵਾਧਾ ਕਰੇ, ਠੀਕ ਹੈ, ਕਿ ਉਹ ਸਮਝੌਤੇ ਕਰੇ, ਭਾਵੇਂ ਕੂਟਨੀਤੀ ਹੋਵੇ ਉਹਦੀ, ਤਾਂ ਉਹਦੇ ਨਾਲ ਜਿਹੜੇ ਉਹਦੇ ਸੰਬੰਧਾਂ ਦੇ ਰਾਹੀਂ ਜਿਹੜੀ ਆਪਣੀ ਸਮਰੱਥਾ ਹੈਗੀ ਉਹਦੇ ਵਿੱਚ ਵਾਧਾ ਕਰੇ। ਦੂਸਰੇ ਕੀ ਹੈ ਕਿ ਹਰੇਕ ਦੇਸ਼ ਆਪਣੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਸਮਝੌਤਾ ਜਾਂ ਸੰਧੀ ਕਰੇ। ਉਸ ਤੋਂ ਬਾਅਦ ਹੈ ਇਸ ਪ੍ਰਣਾਲੀ ਦੇ ਦੁਆਰਾ ਵੀ, ਇਸ ਪ੍ਰਣਾਲੀ ਦੇ ਰਾਹੀਂ ਯੁੱਧ ਵਿੱਚ ਜੇਕਰ ਕਿਸੇ ਦੇਸ਼ ਦੀ ਹੋਂਦ ਖਤਰੇ 'ਚ ਪੈ ਜੇ ਤਾਂ ਉਸ ਨੂੰ ਰੋਕ ਦੇਣਾ ਚਾਹੀਦਾ ਹੈ, ਕਿਸੇ ਵੀ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਨਾ ਚਾਹੀਦਾ ਹੈ, ਠੀਕ ਹੈ ਜੀ। ਮਤਲਬ ਕੀ ਹੈ
ਕਿ ਜੇਕਰ ਇਸ ਪ੍ਰਣਾਲੀ ਦੇ ਦੁਆਰਾ ਯੁੱਧ ਦੇ ਵਿੱਚ ਜੇਕਰ ਕੋਈ ਦੇਸ਼ ਹੈ ਉਹਦੀ ਹੋਂਦ ਖਤਰੇ 'ਚ ਪੈ ਜਾਂਦੀ ਹੈ ਤਾਂ ਉਹਨੂੰ ਰੋਕ ਦੇਣਾ ਚਾਹੀਦਾ, ਕਿ ਪੂਰੀ ਤਰ੍ਹਾਂ ਵੀ ਕਿਸੇ ਦੇਸ਼ ਨੂੰ ਖਤਮ ਨਹੀਂ ਕਰਨਾ ਚਾਹੀਦਾ ਹੈਗਾ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੀ ਪਾਵਰ ਆ ਉਹ ਬੈਲੈਂਸ ਰਹਿੰਦੀ ਹੈਗੀ। ਉਸ ਤੋਂ ਬਾਅਦ ਹੈ, ਜੇਕਰ ਕੁਝ ਰਾਜ ਮਿਲ ਕੇ ਕੋਈ ਗੱਠਜੋੜ ਬਣਾਉਣ ਤਾਂ ਦੂਜੇ ਰਾਜਾਂ ਨੂੰ ਉਹਨਾਂ ਦੀ ਵਿਰੋਧਤਾ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਹੈਗੀ। ਉਸ ਤੋਂ ਬਾਅਦ ਹੈ ਜੀ, ਕਿਸੇ ਹਾਰੇ ਹੋਏ ਕਮਜ਼ੋਰ ਰਾਜ ਨੂੰ ਪ੍ਰਣਾਲੀ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ, ਕਿਸੇ ਵੀ ਕਾਰਜਕਰਤਾ ਨੂੰ ਅੰਤਰਰਾਸ਼ਟਰੀ ਸਰਵਉੱਚ ਸੰਗਠਨ ਦੇ ਸਿਧਾਂਤ ਦੇ ਉੱਪਰ ਚੱਲਣ ਅਤੇ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ। ਉਹ ਤਾਂ ਇਹ 6 ਨਿਯਮ ਨੇ ਜਿਹੜੇ ਨਿਯਮ ਸ਼ਕਤੀ ਸੰਤੁਲਨ ਨੂੰ ਬਣਾਈ ਰੱਖਦੇ, ਜਿਹੜੇ ਉਹਨੇ ਸ਼ਕਤੀ ਸੰਤੁਲਨ ਪ੍ਰਣਾਲੀ ਦੇ ਵਿੱਚ 6 ਨਿਯਮ ਦੱਸੇ ਨੇਗੇ, ਇਹ ਸ਼ਕਤੀ ਸੰਤੁਲਨ ਨੂੰ ਬਣਾਈ ਰੱਖਦੇ ਆ। ਤਾਂ ਸੰਤੁਲਨ ਵਿਗੜਨ ਦੇ ਨਾਲ, ਅਗਰ ਸੰਤੁਲਨ ਵਿਗੜ ਜਾਂਦਾ ਹੈ ਤਾਂ ਅੰਤਰਰਾਸ਼ਟਰੀ ਵਿਵਸਥਾ ਵੀ ਪ੍ਰਭਾਵਿਤ ਹੁੰਦੀ ਹੈ। ਤਾਂ 20ਵੀਂ ਸਦੀ ਦੇ ਵਿੱਚ ਸ਼ਕਤੀ ਸੰਤੁਲਨ ਦੇ ਵਿਗੜਨ ਦਾ ਸਿੱਟਾ ਸੀਗਾ ਜਿਹੜਾ 1914 ਦੀ ਸੰਸਾਰ ਜੰਗ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸੀ। ਤਾਂ ਇਹਦੇ ਲਈ ਇਹ ਜ਼ਰੂਰੀ ਹੈ ਕਿ ਬੈਲੈਂਸ ਵਿਗੜੇ ਨਾ, ਜਿਹੜੀ ਸ਼ਕਤੀ ਆ ਉਹਦਾ ਸੰਤੁਲਨ ਬਣਿਆ ਰਹੇ। ਠੀਕ ਹੈ, ਉਸ ਤੋਂ ਬਾਅਦ ਅਸੀਂ ਦੂਜਾ ਪੁਆਇੰਟ ਸੀਗਾ ਸਾਡਾ ਢਿੱਲੀ ਦੋ ਧਰੂਵੀ ਪ੍ਰਣਾਲੀ। ਜਿਹੜੇ ਕਾਪਲਾਨ ਨੇ 6 ਦਿੱਤੇ ਹਨ ਆਪਣੇ ਪ੍ਰਣਾਲੀ ਦੇ ਸਿਸਟਮ, ਉਹਦਾ ਦੂਜਾ ਜਿਹੜਾ ਹੈਗਾ ਉਹ ਹੈਗਾ ਦਾ ਲੂਜ਼ ਬਾਈਪੋਲਰ ਸਿਸਟਮ। ਤਾਂ ਸ਼ਕਤੀ ਸੰਤੁਲਨ ਦੇ ਵਿਗੜਨ ਦੇ ਨਾਲ ਦੋ ਧਰੂਵੀ ਵਿਵਸਥਾ ਦਾ ਜਨਮ ਹੁੰਦਾ ਹੈ। ਤਾਂ ਇਹ ਪ੍ਰਣਾਲੀ ਦੋ ਤਰ੍ਹਾਂ ਦੀ ਹੁੰਦੀ ਹੈ, ਕਿ ਢਿੱਲੀ ਦੋ ਧਰੂਵੀ ਪ੍ਰਣਾਲੀ ਅਤੇ ਕਸਵੀਂ ਦੋ ਧਰੂਵੀ ਪ੍ਰਣਾਲੀ। ਤਾਂ ਢਿੱਲੀ ਦੋ ਧਰੂਵੀ ਪ੍ਰਣਾਲੀ ਦੇ ਵਿੱਚ ਦੋ ਮਹਾਂਸ਼ਕਤੀਆਂ ਅਤੇ ਉਹਨਾਂ ਦੇ ਸਮਰਥਕ ਰਾਸ਼ਟਰੀ ਵਿਰੋਧੀ ਗੁੱਟਾਂ ਦੇ ਵਿੱਚ ਵੰਡੇ ਜਾਂਦੇ ਨੇ। ਇਸ ਪ੍ਰਣਾਲੀ ਦੇ ਵਿੱਚ ਦੋ ਨਿਰਣਾਇਕ ਮਹਾਂਸ਼ਕਤੀਆਂ ਆਪਣੇ ਆਪਣੇ ਗੁੱਟਾਂ ਦੀ ਅਗਵਾਈ ਕਰਦੀਆਂ ਨੇ। ਤਾਂ ਹਰ ਇੱਕ ਗੁੱਟ ਆਪਣੀ ਰਾਸ਼ਟਰੀ ਸਮਰੱਥਾ ਨੂੰ ਵਧਾਉਣ ਦਾ ਯਤਨ ਕਰਦਾ, ਤਾਂ ਇਸੇ ਕਰਕੇ ਉਹ ਆਪਣੀਆਂ ਸਮਰੱਥਾਵਾਂ ਦੇ ਵਿੱਚ ਵਾਧਾ ਕਰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਗੁੱਟ ਨਿਰਪੇਖ ਦੇਸ਼ਾਂ ਨੂੰ ਆਪਣੇ ਗੁੱਟਾਂ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਵੀ ਜਾਰੀ ਰਹਿੰਦੀ ਹੈ। ਤਾਂ ਇਸ ਪ੍ਰਣਾਲੀ ਦੇ ਵਿੱਚ ਹਰੇਕ ਰਾਸ਼ਟਰ ਦੂਜੇ ਰਾਸ਼ਟਰਾਂ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦਾ, ਜਿਸ ਕਾਰਨ ਜਿਹੜੀ ਸ਼ਕਤੀ ਪ੍ਰਣਾਲੀ ਦੀ ਵਿਵਸਥਾ ਕਮਜ਼ੋਰ ਹੋ ਜਾਂਦੀ ਹੈ। ਤਾਂ ਨਤੀਜੇ ਵਜੋਂ ਜਿਹੜੀ ਪ੍ਰਣਾਲੀ ਹੈ ਜਿਹੜੀ ਅਸਥਿਰ ਹੋ ਜਾਂਦੀ ਹੈ। ਤਾਂ ਇਹੋ ਜਿਹੀ ਹਾਲਾਤ ਦੇ ਵਿੱਚ ਇਸ ਪ੍ਰਣਾਲੀ ਨੂੰ ਦੂਜੀ ਪ੍ਰਣਾਲੀ ਦੇ ਵਿੱਚ ਬਦਲ ਜਾਣਾ ਵੀ ਸੁਭਾਵਿਕ ਹੁੰਦਾ ਹੈਗਾ। ਉਸ ਤੋਂ ਅੱਗੇ ਹੈ ਜੀ ਕਠੋਰ ਦੋ ਧਰੂਵੀ ਪ੍ਰਣਾਲੀ, ਰਿਜਿਡ ਬਾਈਪੋਲਰ ਸਿਸਟਮ। ਤਾਂ ਅਸੀਂ ਪੜ੍ਹਿਆ ਕਿ ਢਿੱਲੀ ਦੋ ਧਰੂਵੀ ਪ੍ਰਣਾਲੀ ਆਸਾਨੀ ਨਾਲ ਦੋ ਧਰੂਵੀ ਪ੍ਰਣਾਲੀ ਦੇ ਵਿੱਚ ਬਦਲ ਜਾਂਦੀ ਹੈ। ਇਸ ਗੁੱਟ ਦੇ ਵਿੱਚ ਇਸ ਵਿੱਚ ਗੁੱਟ ਨਿਰਪੱਖ ਦੇਸ਼ ਕਿਸੇ ਨਾ ਕਿਸੇ ਗੁੱਟ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਤਾਂ ਇਸ ਵਿੱਚ ਦੋ ਮਹਾਂਸ਼ਕਤੀਆਂ ਆਪਣੇ ਆਪਣੇ ਗੁੱਟਾਂ ਨਾਲ ਜੁੜੀਆਂ ਸ਼ਕਤੀਆਂ ਦੀ ਅਗਵਾਈ ਕਰਦੀਆਂ ਨੇ। ਤਾਂ ਹਰੇਕ ਗੁੱਟ ਦੀ ਮਹਾਂਸ਼ਕਤੀ ਆਗੂ ਹੁੰਦੀ ਹੈ, ਭਾਵ ਸੰਸਾਰ ਹੈ ਜਿਹੜਾ ਦੋ ਮਹਾਂਸ਼ਕਤੀਆਂ ਦੇ ਵਿੱਚ ਵੰਡਿਆ ਜਾਂਦਾ ਹੈ, ਅਤੇ ਹਰੇਕ ਗੁੱਟ ਕਿਸੇ ਨਾ ਕਿਸੇ ਗੁੱਟ ਦੇ ਵਿੱਚ ਸ਼ਾਮਲ ਜ਼ਰੂਰ ਹੁੰਦਾ। ਤਾਂ ਇਸ ਦੀ ਅਗਵਾਈ ਇਸ ਮਹਾਂਸ਼ਕਤੀ ਵਾਲੇ ਦੇਸ਼ ਕਰਦੇ ਨੇ। ਤਾਂ ਇਸ ਨਾਲ ਅੰਤਰਰਾਸ਼ਟਰੀ ਸੰਗਠਨ ਜਿਹੜਾ ਉਹ ਕਮਜ਼ੋਰ ਹੋ ਜਾਂਦਾ। ਇਹਦੇ ਨਾਲ ਹੀ ਇਹ ਗੱਲ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ ਕਿ ਕੋਈ ਦੇਸ਼ ਆਪਣਾ ਗੁੱਟ ਛੱਡ ਕੇ ਦੂਸਰੇ ਗੁੱਟ ਦੇ ਵਿੱਚ ਸ਼ਾਮਲ ਹੋ ਜਾਊਗਾ। ਤਾਂ ਹਰੇਕ ਜਿਹੜੇ ਦੋ ਧਰੂਵੀ ਪ੍ਰਣਾਲੀ ਦੇ ਵਿੱਚ ਗੁੱਟਾਂ ਦੀ ਸਥਿਰਤਾ ਬਣੀ ਰਹਿਣ ਕਰਕੇ ਜਿਹੜੀ ਸਥਿਤੀ ਰਹੇਗੀ ਨਹੀਂ, ਤਾਂ ਫਿਰ ਤੋਂ ਜਿਹੜੀ ਢਿੱਲੀ ਦੋ ਧਰੂਵੀ ਪ੍ਰਣਾਲੀ ਸਥਾਪਿਤ ਹੋ ਜੂਗੀ। ਉਸ ਤੋਂ ਬਾਅਦ ਹੈ ਵਿਸ਼ਵ ਵਿਆਪੀ ਪ੍ਰਣਾਲੀ, ਦਾ ਯੂਨੀਵਰਸਲ ਸਿਸਟਮ। ਤਾਂ ਕਾਪਲਾਨ ਦੇ ਵਿਚਾਰ ਦੇ ਅਨੁਸਾਰ ਵਿਸ਼ਵ ਵਿਆਪੀ ਪ੍ਰਣਾਲੀ ਦਾ ਵਿਕਾਸ ਉਸ ਸਮੇਂ ਸੰਭਵ ਹੁੰਦਾ ਹੈ ਜਦੋਂ ਢਿੱਲੀ ਦੋ ਧਰੂਵੀ ਪ੍ਰਣਾਲੀ ਦੇ ਮੁੱਖ ਰਾਜਾਂ ਦਾ ਵਿਸਥਾਰ ਹੁੰਦਾ। ਤਾਂ ਇਸ ਸਥਿਤੀ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਸਥਿਤੀ ਮਜ਼ਬੂਤ ਹੋ ਜਾਂਦੀ ਹੈ, ਤਾਂ ਉਹ ਰਾਸ਼ਟਰੀ ਰਾਜਾਂ ਦੇ ਵਿਚਕਾਰ ਯੁੱਧ ਰੋਕਣ ਦੇ ਵਿੱਚ ਸਮਰੱਥ ਹੋ ਜਾਂਦਾ ਗਾ। ਭਾਵੇਂ ਸੰਯੁਕਤ ਰਾਸ਼ਟਰ ਦੀ ਸਥਿਤੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ, ਪਰ ਰਾਸ਼ਟਰੀ ਰਾਜ ਆਪਣਾ ਵੱਖਰਾ ਵਿਅਕਤੀਤਵ ਕਾਇਮ ਰੱਖਦੇ ਨੇ ਅਤੇ ਰਾਸ਼ਟਰੀ ਸ਼ਕਤੀ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਦੇ ਰਹਿੰਦੇ ਨੇ। ਅਤੇ ਇਸ ਪ੍ਰਣਾਲੀ ਦੇ ਵਿੱਚ ਸਾਰੇ ਰਾਸ਼ਟਰ ਆਪਣੀ ਰਾਸ਼ਟਰੀ ਭੂਮਿਕਾ ਦਾ ਪਾਲਣ ਕਰਦੇ ਹੋਏ ਅੰਤਰਰਾਸ਼ਟਰੀ ਸੰਗਠਨ ਦੀ ਸੀਮਾ ਦੇ ਵਿੱਚ ਰਹਿ ਕੇ ਸਾਰੇ ਕੰਮ ਕਰਦੇ ਨੇ ਅਤੇ ਸ਼ਾਂਤੀ ਅਤੇ ਸੰਤੁਲਨ ਨੂੰ ਬਣਾਈ ਰੱਖਦੇ ਨੇਗੇ। ਉਸ ਤੋਂ ਅੱਗੇ ਹੈ ਸ਼੍ਰੇਣੀਬੱਧ ਵਿਸ਼ਵ ਵਿਆਪੀ ਪ੍ਰਣਾਲੀ, ਦਾ ਯੂਨੀਵਰਸਲ ਸਿਸਟਮ। ਠੀਕ ਹੈ, ਇਹ ਅਸੀਂ ਪੜ੍ਹ ਲਿਆ ਕਿ ਯੂਨੀਵਰਸਲ ਸਿਸਟਮ ਦੇ ਵਿੱਚ ਕੀ ਸੀ ਕਿ ਸਾਰੇ ਰਾਸ਼ਟਰ ਮਿਲ ਕੇ ਕੀ ਕਰਦੇ ਨੇਗੇ, ਸ਼ਾਂਤੀ ਨੂੰ ਬਣਾਈ ਰੱਖਦੇ ਨੇ। ਅੱਗੇ ਹੈਗਾ ਸ਼੍ਰੇਣੀਬੱਧ ਪ੍ਰਣਾਲੀ, ਦਾ ਹਾਇਰਾਰਕੀਕਲ ਸਿਸਟਮ। ਇਸ ਪ੍ਰਣਾਲੀ ਦੇ ਵਿੱਚ ਇੱਕ ਮਹਾਂਸ਼ਕਤੀ ਦੇ ਦੁਆਰਾ
ਪੂਰੇ ਸੰਸਾਰ 'ਤੇ ਜਿੱਤ ਪ੍ਰਾਪਤ ਕਰਕੇ ਆਪਣੀ ਪ੍ਰਭੂ ਸੱਤਾ ਕਾਇਮ ਕੀਤੀ ਜਾਂਦੀ ਆ, ਤਾਂ ਇਹਦੇ ਵਿੱਚ ਸਾਰੇ ਰਾਸ਼ਟਰ ਇੱਕ ਮਹਾਂਸ਼ਕਤੀ ਦੀ ਅਗਵਾਈ ਨੂੰ ਸਵੀਕਾਰ ਕਰ ਲੈਂਦੇ ਨੇ। ਤਾਂ ਜਿਹੜੀ ਸ਼੍ਰੇਣੀਬੱਧ ਪ੍ਰਣਾਲੀ ਆ, ਇਹ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਤਾਂ ਨਿਰਦੇਸ਼ਾਤਮਕ ਅਤੇ ਗੈਰ ਨਿਰਦੇਸ਼ਾਤਮਕ। ਜੇਕਰ ਕੋਈ ਦੇਸ਼ ਸੰਧੀ ਦੇ ਰਾਹੀਂ ਆਪਣੀ ਹੋਂਦ ਕਾਇਮ ਕਰਦਾ ਹੈ ਤਾਂ ਇਹ ਨਿਰਦੇਸ਼ਾਤਮਕ ਹੁੰਦੀ ਹੈ। ਜੇਕਰ ਸਾਰੇ ਦੇਸ਼ ਗੈਰ ਲੋਕਤੰਤਰੀ ਢੰਗ ਦੇ ਨਾਲ ਇੱਕ ਮਹਾਂਸ਼ਕਤੀ ਦੀ ਅਗਵਾਈ ਅਤੇ ਪ੍ਰਭੂ ਸੱਤਾ ਕਾਇਮ ਕਰਦੇ ਨੇ ਤਾਂ ਇਹ ਗੈਰ ਨਿਰਦੇਸ਼ਾਤਮਕ ਪ੍ਰਣਾਲੀ ਮੰਨੀ ਜਾਂਦੀ ਹੈ। ਤਾਂ ਨਿਰਦੇਸ਼ਾਤਮਕ ਪ੍ਰਣਾਲੀ ਵਿੱਚ ਜ਼ਿਆਦਾ ਤਣਾਅ ਅਤੇ ਗੈਰ ਨਿਰਦੇਸ਼ਾਤਮਕ ਪ੍ਰਣਾਲੀ ਦੇ ਵਿੱਚ ਤਣਾਅ ਦੀ ਘੱਟ ਸੰਭਾਵਨਾ ਹੁੰਦੀ ਹੈਗੀ। ਉਸ ਤੋਂ ਬਾਅਦ ਹੈ ਜੀ ਇਕਾਈ ਵੀਟੋ ਪ੍ਰਣਾਲੀ, ਦ ਯੂਨਿਟ ਵੀਟੋ ਸਿਸਟਮ। ਇਸ ਪ੍ਰਣਾਲੀ ਦੇ ਵਿੱਚ ਹਰੇਕ ਦੇਸ਼ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦਾ ਹੈ, ਤਾਂ ਕੋਈ ਵੀ ਦੇਸ਼ ਕਿਸੇ ਹੋਰ ਦੇਸ਼ ਦੀ ਅਧੀਨਤਾ ਨੂੰ ਸਵੀਕਾਰ ਨਹੀਂ ਕਰਦਾ ਹੈਗਾ। ਤਾਂ ਹਰੇਕ ਰਾਸ਼ਟਰ ਕੋਲ ਇੰਨੇ ਜ਼ਿਆਦਾ ਪਰਮਾਣੂ ਸ਼ਾਸਤਰ ਆ ਜਾਂਦੇ ਆ ਕਿ ਉਹ ਆਸਾਨੀ ਦੇ ਨਾਲ, ਬਹੁਤ ਆਸਾਨੀ ਦੇ ਨਾਲ ਦੂਜੇ ਰਾਸ਼ਟਰ 'ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਸਕਦਾ। ਤਾਂ ਇਸ ਪ੍ਰਣਾਲੀ ਦੇ ਅਧੀਨ ਇਸ ਪ੍ਰਣਾਲੀ ਅਧੀਨ ਤਬਾਹ ਹੋਣ ਦੇ ਡਰ ਤੋਂ ਜਿਹੜੇ ਦੇਸ਼ ਨੇ ਉਹ ਦੂਜੇ ਦੇਸ਼ 'ਤੇ ਹਮਲਾ ਨਹੀਂ ਕਰਦੇ ਹੈਗੇ ਅਤੇ ਨਾ ਹੀ ਵਿਸ਼ਵ ਸ਼ਾਂਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਇਸ ਧਾਰਨਾ ਦੇ ਵਿੱਚ ਬਹੁ ਧਰੁਵੀ ਧਾਰਨਾ ਸ਼ਾਮਲ ਹੁੰਦੀ ਹੈ, ਜਿਹਦੇ ਵਿੱਚ ਹਰੇਕ ਦੇਸ਼ ਸ਼ਕਤੀਸ਼ਾਲੀ ਮੰਨਿਆ ਜਾਂਦਾ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਾਪਲਾਨ ਨੇ ਪ੍ਰਣਾਲੀ ਦ੍ਰਿਸ਼ਟੀਕੋਣ ਅੰਤਰਰਾਸ਼ਟਰੀ ਰਾਜਨੀਤੀ ਦੀ ਵਿਆਖਿਆ ਕਰਨ ਦੇ ਲਈ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਹੈਗਾ। ਅਤੇ ਇਹਦੇ ਦ੍ਰਿਸ਼ਟੀਕੋਣ ਨੂੰ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ਮੰਨਿਆ ਜਾਂਦਾ ਕਿ ਜਿਹੜੀ ਸ਼ਕਤੀ ਦੀ ਸੰਤੁਲਨ ਜਿਹੜਾ ਬਣਾਈ ਰੱਖਿਆ ਜਾ ਸਕਦਾ ਇਹਦੇ ਵਿੱਚ। ਤਾਂ ਇਸ ਅੰਤਰਰਾਸ਼ਟਰੀ ਰਾਜਨੀਤੀ ਅਧੀਨ ਵੱਖ ਵੱਖ ਰਾਸ਼ਟਰਾਂ ਦੇ ਵਿਵਹਾਰ ਦਾ ਅਧਿਐਨ ਕੀਤਾ ਜਾਂਦਾ। ਇਸ ਦੇ ਬਾਵਜੂਦ ਕਾਪਲਾਨ ਦੇ ਜਿਹੜੇ 6 ਮਾਡਲ ਸਿਧਾਂਤ ਦੀ ਕਈ ਆਧਾਰਾਂ 'ਤੇ ਆਲੋਚਨਾ ਵੀ ਕੀਤੀ ਜਾਂਦੀ ਹੈਗੀ। ਤਾਂ ਇਹ ਤਾਂ ਹੁੰਦੀ ਹੈ ਵੀ ਕੋਈ ਵੀ ਵਿਦਵਾਨ ਕੋਈ ਵਿਚਾਰ ਦਿੰਦਾ ਹੈ ਤਾਂ ਕਿਸੇ ਨਾ ਕਿਸੇ ਆਧਾਰ 'ਤੇ ਉਹਦੀ ਆਲੋਚਨਾ ਵੀ ਕੀਤੀ ਜਾਂਦੀ ਹੈ। ਪਰ ਸ਼ਕਤੀ ਦੇ ਸੰਤੁਲਨ ਦੇ ਵਿੱਚ ਜਿਹੜਾ ਕਾਪਲਾਨ ਦਾ ਉਹਨੇ 6 ਆਪਣੇ ਸਿਧਾਂਤ ਪੇਸ਼ ਕੀਤੇ ਆ, 6 ਪ੍ਰਣਾਲੀਆਂ ਦਿੱਤੀਆਂ ਨੇਗੀਆਂ ਜਿਨ੍ਹਾਂ ਦੇ ਬਾਰੇ ਸਿਰ 'ਚ ਪੜ੍ਹਿਆ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਮੈਂ ਉਮੀਦ ਕਰਦੀ ਹਾਂ ਕਿ ਕਾਪਲਾਨ ਦੇ ਦੁਆਰਾ ਜਿਹੜੀਆਂ 6 ਪ੍ਰਣਾਲੀਆਂ ਤੁਹਾਨੂੰ ਦੱਸੀਆਂ ਗਈਆਂ ਨੇ ਵੱਖ ਵੱਖ, ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਸੋ ਥੈਂਕ ਯੂ।